ਹਰਮੇਸ਼ ਕੌਰ ਜੋਧੇ ਵੱਲੋਂ ਆਪ ਸਭ ਦਾ ਵਗਦੇ ਪਾਣੀ ਪ੍ਰੋਗਰਾਮ ਵੇਖਣ ਦੇ ਲਈ ਸਵਾਗਤ ਹੈ ਜੀ। ਅੱਜ ਅਸੀਂ ਪਹੁੰਚੇ ਹਾਂ ਵਿਰਸਾ ਵਿਹਾਰ ਕਪੂਰਥਲਾ ਵਿਖੇ। ਇੱਥੇ ਸਾਡੇ ਨਾਲ ਹਾਜ਼ਰ ਨੇ ਸਿਰਜਣਾ ਕੇਂਦਰ ਕਪੂਰਥਲਾ ਦੇ ਪ੍ਰਧਾਨ ਸਾਹਿਬ ਪ੍ਰਿੰਸੀਪਲ ਸਰਦਾਰ ਆਸਾ ਸਿੰਘ ਜੀ ਘੁੰਮਣ, ਜਿਹੜੇ ਕਿ ਰਾਈਟਰ ਵੀ ਨੇ, ਹੋਰ ਵੀ ਬਹੁਤ ਸਾਰੀਆਂ ਸੇਵਾਵਾਂ ਜਿਹੜੀਆਂ ਨਿਭਾ ਰਹੇ ਨੇ, ਬਹੁਤ ਵੱਡੇ ਸਕੂਲ ਨੂੰ ਚਲਾ ਰਹੇ ਨੇ। ਤੇ ਆਓ ਇਹਨਾਂ ਦੇ ਨਾਲ ਗੱਲਬਾਤ ਕਰੀਏ। ਹਾਂਜੀ ਸਰ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਬਹੁਤ ਹੀ ਧੰਨਵਾਦ ਪਹਿਲੀ ਗੱਲ ਤੇ ਸਾਰੀ ਟੀਮ ਦਾ ਕਿ ਤੁਸੀਂ ਅੱਜ ਉਚੇਚੇ ਤੌਰ 'ਤੇ ਵਿਰਸਾ ਵਿਹਾਰ ਕਪੂਰਥਲਾ ਪਹੁੰਚੇ ਹੋ। ਅੱਜ ਕਾਫੀ ਸਮੇਂ ਬਾਅਦ ਇਹ ਪ੍ਰੋਗਰਾਮ ਜਿਹੜਾ ਹੋ ਰਿਹਾ, ਕਿਉਂਕਿ ਕਰੋਨਾ ਕਰਕੇ ਸਾਰੇ ਪ੍ਰੋਗਰਾਮ ਬੰਦ ਸਨ। ਸੋ ਅਸੀਂ ਇਸ ਸ਼ਹਿਰ ਦੀ ਹੀ ਇੱਕ ਬਹੁਤ ਪਿਆਰੀ ਸ਼ਖਸੀਅਤ ਹੈ ਹਰਵਿੰਦਰ ਕੌਰ ਬਬਲੀ, ਜਿਹੜੇ ਕਿ ਥੀਏਟਰ ਨਾਲ ਜੁੜੇ ਨੇ, ਨਿਰਦੇਸ਼ਨਾਂ ਨਾਲ ਜੁੜੇ ਨੇ, ਐਕਟਿੰਗ ਨਾਲ ਜੁੜੇ ਨੇ, ਔਰ ਹੁਣ ਉਹਨਾਂ ਨੇ ਇਹ ਪਹਿਲਾ ਆਪਣਾ ਨਾਟ ਸੰਗ੍ਰਹਿ ਜੋ ਹੈ ਉਹ ਲਿਖਿਆ ਹੈ, ਨੈਣੀ ਨੀਂਦ ਨਾ ਆਵੇ ਤੇ ਇੱਕ ਹੋਰ ਪ੍ਰੇਮ ਕਹਾਣੀ। ਅੱਜ ਅਸੀਂ ਉਹਨਾਂ ਦੀ ਗੈਰ ਹਾਜ਼ਰੀ ਵਿੱਚ, ਕਿਉਂਕਿ ਉਹ ਮਸਕਟ ਰਹਿੰਦੇ ਨੇ ਔਰ ਕਰੋਨਾ ਕਰਕੇ ਉਹ ਪਹਿਲਾਂ ਆਏ ਸਨ, ਉਸ ਵੇਲੇ ਇਹ ਕਿਤਾਬ ਰਿਲੀਜ਼ ਨਹੀਂ ਹੋ ਸਕੀ। ਹੁਣ ਉਹ ਕਰੋਨਾ ਕਰਕੇ ਪਹੁੰਚ ਨਹੀਂ ਸੀ ਸਕਦੇ, ਲੇਕਿਨ ਬੜੀ ਦੇਰ ਤੋਂ ਡਿਊ ਸੀ ਸਿਰਜਣਾ ਕੇਂਦਰ ਵੱਲੋਂ ਇਸ ਕਿਤਾਬ ਦਾ ਰਿਲੀਜ਼ ਸਮਾਗਮ। ਸੋ ਅੱਜ ਅਸੀਂ ਇਹ ਕਿਤਾਬ ਜਿਹੜੀ ਹੈ ਇਹ ਰਿਲੀਜ਼ ਕਰ ਰਹੇ ਹਾਂ। ਇਹ ਹਰਵਿੰਦਰ ਕੌਰ ਬਬਲੀ ਜਿਹੜਾ ਨੈਸ਼ਨਲ ਸਕੂਲ ਆਫ ਡਰਾਮਾ ਹੈ, ਪਹਿਲਾਂ ਚੰਡੀਗੜ੍ਹ ਤੋਂ ਫਿਰ ਦਿੱਲੀ ਤੋਂ ਇਹਨਾਂ ਨੇ ਸਿੱਖਿਆ ਪ੍ਰਾਪਤ ਕੀਤੀ ਔਰ ਉਸ ਤੋਂ ਬਾਅਦ ਕਈ ਨਾਟਕਾਂ ਦੇ ਵਿੱਚ ਐਕਟਿੰਗ ਕੀਤੀ ਔਰ ਬੈਸਟ ਸਕ੍ਰਿਪਟ ਦਾ ਅਵਾਰਡ ਜਿਹੜਾ ਹੈ ਉਹ ਇਹਨਾਂ ਨੂੰ ਪਹਿਲਾਂ ਮਿਲ ਚੁੱਕਾ। ਐਕਟਿੰਗ ਵੀ ਕਰਦੇ ਨੇ, ਨਿਰਦੇਸ਼ਨਾ ਵੀ ਕਰਦੇ ਨੇ ਔਰ ਨਾਲ ਦੀ ਨਾਲ ਹੁਣ ਆਪ ਆਪਣੀ ਸਕ੍ਰਿਪਟ ਜਿਹੜੀ ਹੈ ਉਹ ਲਿਖਣ ਦਾ ਇਹਨਾਂ ਨੇ ਕੰਮ ਸ਼ੁਰੂ ਕੀਤਾ। ਔਰ ਜਿਹੜੇ ਰਿਵਿਊ ਨੇ ਉਹਨਾਂ ਤੋਂ ਇਹ ਪਤਾ ਲੱਗਦਾ, ਔਰ ਮੇਰੀ ਵੀ ਹਰਵਿੰਦਰ ਕੌਰ ਨਾਲ ਗੱਲ ਹੋ ਰਹੀ ਸੀ ਕਿ ਨਾਟਕਕਾਰ ਜਿਹੜਾ ਨਾਟਕ ਲਿਖਦਾ ਉਹਦੇ ਨਾਲੋਂ ਜਿਹੜਾ ਖੁਦ ਨਾਟਕ ਸਟੇਜ ਕਰਦਾ ਉਹ ਜਦੋਂ ਲਿਖਦਾ ਤੇ ਕੀ ਵੱਡਾ ਫਰਕ ਹੁੰਦਾ। ਸੋ ਰਿਵਿਊਕਾਰ ਜਿਹੜੇ ਨੇ ਉਹਨਾਂ ਦਾ ਮੰਨਣਾ ਹੈ ਕਿ ਜਦੋਂ ਕੋਈ ਸਟੇਜ ਕਰਨ ਵਾਲਾ, ਥੀਏਟਰ ਕਰਨ ਵਾਲਾ ਵਿਅਕਤੀ ਖੁਦ ਨਾਟਕ ਲਿਖਦਾ ਤੇ ਉਦੋਂ ਉਹ ਉਸ ਨੂੰ ਐਨ ਕੋਸ਼ਿਸ਼ ਕਰਦਾ ਕਿ ਵੱਖ-ਵੱਖ ਟੈਕਨੀਕਸ ਇਸ ਢੰਗ ਦੀਆਂ ਵਰਤੀਆਂ ਜਾਣ ਕਿ ਉਹ ਡਰਾਮਾ ਸਟੇਜ ਦੇ ਉੱਤੇ ਬਹੁਤ ਸੰਪੂਰਨਤਾ ਨਾਲ ਪੇਸ਼ ਹੋ ਸਕੇ। ਸੋ ਇਹਨਾਂ ਦੋਵਾਂ ਨਾਟਕਾਂ ਦੇ ਵਿੱਚ ਹੀ ਇਸ ਤਰ੍ਹਾਂ ਦੀਆਂ ਟੈਕਨੀਕਸ ਜਿਹੜੀਆਂ ਨੇ ਵਰਤੀਆਂ ਗਈਆਂ, ਜਿਨ੍ਹਾਂ ਦੇ ਨਾਲ ਇਹਨਾਂ ਨੂੰ ਸਟੇਜ ਕਰਨ ਵਿੱਚ ਕਿਸੇ ਵੀ ਕਿਸਮ ਦੀ ਕੋਈ ਵੱਡੀ ਸਮੱਸਿਆ ਨਹੀਂ ਆਉਂਦੀ। ਸੋ ਸਭ ਤੋਂ ਵੱਡੀ ਸਿਫਤ ਜਿਹੜੀ ਹੈ ਉਹ ਇਹਨਾਂ ਨਾਟਕਾਂ ਦੀ ਇਹ ਸਮਝੀ ਜਾ ਸਕਦੀ ਹੈ ਕਿ ਨਾਟਕਕਾਰ ਨਾਲੋਂ ਹਟ ਕੇ ਅਦਾਕਾਰ, ਕਲਾਕਾਰ, ਡਾਇਰੈਕਟਰ, ਨਿਰਦੇਸ਼ਕ ਜਦੋਂ ਖੁਦ ਸਕ੍ਰਿਪਟ ਲਿਖਦਾ ਤੇ ਉਹਦੇ ਵਿੱਚ ਇਹ ਵੱਡਾ ਫਰਕ ਆ ਜਾਂਦਾ। ਤੇ ਕਿਉਂਕਿ ਇਹ ਬੀਬਾ ਜੀ ਇਸੇ ਸ਼ਹਿਰ ਦੇ ਜੰਮਪਲ ਨੇ, ਲਾਗੇ ਖੱਬੇ ਪਾਸੇ ਸਾਡੇ ਰਣਧੀਰ ਕਾਲਜ ਹੈ, ਉੱਥੋਂ ਦੇ ਸਟੂਡੈਂਟ ਰਹੇ ਨੇ। ਸੋ ਸਾਨੂੰ ਬੜਾ ਮਾਣ ਹਾਸਲ ਹੈ ਕਿ ਅੱਜ ਉਹਨਾਂ ਦੇ ਸ਼ਹਿਰ ਵਿਖੇ ਜਿਹੜੀ ਕਿ ਬਹੁਤ ਕਦਾਵਰ ਸੰਸਥਾ ਹੈ, ਸਾਹਿਤ ਯੁੱਗ ਵਿੱਚ ਸਿਰਜਣਾ ਕੇਂਦਰ ਕਪੂਰਥਲਾ ਦਾ ਇੱਕ ਖਾਸ ਮੁਕਾਮ ਹੈ। ਸੋ ਉਹਦੇ ਵੱਲੋਂ ਇਹ ਡਰਾਮਾ, ਇਹ ਨਾਟ ਸੰਗ੍ਰਹਿ ਜਿਹੜਾ ਹੈ, 2 ਨਾਟਕਾਂ ਦਾ ਸੰਗ੍ਰਹਿ ਹੈ, ਉਹ ਰਿਲੀਜ਼ ਕੀਤਾ ਜਾ ਰਿਹਾ। ਸਾਡੇ ਵਿੱਚ ਉਚੇਚੇ ਤੌਰ 'ਤੇ ਕੇਵਲ ਧਾਲੀਵਾਲ ਜੀ ਔਰ ਪੰਜਾਬ ਇਪਟਾ ਦੇ ਜਨਰਲ ਸਕੱਤਰ ਇੰਦਰਜੀਤ ਰੂਪੇਵਾਲ ਜੀ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸੈਨੇਟਰ ਡਾਕਟਰ ਹਰਪ੍ਰੀਤ ਸਿੰਘ ਹੁੰਦਲ ਜੀ, ਇੰਟਰਨੈਸ਼ਨਲ ਡਾਇਰੈਕਟਰ ਅਲਾਇੰਸ ਕਲੱਬ ਦੇ ਜਿਹੜੇ ਹੈਗੇ ਨੇ ਇੰਟਰਨੈਸ਼ਨਲ ਡਾਇਰੈਕਟਰ ਸਰਦਾਰ ਹਰਪਾਲ ਸਿੰਘ ਬਾਵਾ, ਉਹ ਉਚੇਚੇ ਤੌਰ 'ਤੇ ਪਹੁੰਚ ਰਹੇ ਨੇ ਔਰ ਭਗਤ ਜੀ ਜਿਹੜੇ ਕਿ ਫੇਸਬੁੱਕ ਦੇ ਉੱਤੇ ਮਹਿਕ ਪੰਜਾਬ ਦੀ ਚਲਾਉਂਦੇ ਨੇ, ਉਹ ਪਹੁੰਚ ਚੁੱਕੇ ਨੇ। ਇਹ ਸਾਰੇ ਸਾਡੇ ਇਸ ਜਿਹੜਾ ਸਮਾਗਮ ਹੈ ਉਸ ਦੇ ਪ੍ਰਧਾਨਗੀ ਮੰਡਲ ਦੇ ਵਿੱਚ ਸ਼ਾਮਲ ਹੋਣਗੇ। ਸਾਨੂੰ ਸਾਰਿਆਂ ਨੂੰ ਹੀ ਇਹਨਾਂ ਸ਼ਖਸੀਅਤਾਂ ਦੇ ਇੱਥੇ ਪਹੁੰਚਣ ਕਰਕੇ ਬਹੁਤ ਜ਼ਿਆਦਾ ਹੋਰ ਉਤਸ਼ਾਹ ਮਿਲੇਗਾ ਕਿ ਆਉਣ ਵਾਲੇ ਟਾਈਮ ਵਿੱਚ ਇਹ ਜਿਹੜਾ ਸਿਰਜਣਾ ਕੇਂਦਰ ਹੈ, ਇਹਦੀ ਹੁਣੇ ਯੂਰਪੀਅਨ ਸੱਥ ਇਕਾਈ ਜੋ ਹੈ ਉਸ ਨਾਲ ਸਰਦਾਰ ਮੋਤਾ ਸਿੰਘ ਸਰਾਏ ਹੋਰਾਂ ਦੇ ਯਤਨਾਂ ਸਦਕਾ
ਔਰ ਪੰਜਾਬ ਭਵਨ ਸੁਖੀ ਬਾਠ ਹੋਰਾਂ ਦੇ ਯਤਨ ਸਦਕਾ ਪਰਸਪਰ ਸਾਂਝ ਜੋ ਹੈ MOU ਜੋ ਹੈ ਉਹ ਰਿਟਨ MOU ਲਿਖਿਆ ਗਿਆ ਤੇ ਅਸੀਂ ਇੰਟਰਨੈਸ਼ਨਲ ਲੈਵਲ ਤੇ ਇਹਨਾਂ ਸੰਸਥਾਵਾਂ ਦੇ ਨਾਲ ਮਿਲ ਕੇ ਚੱਲਾਂਗੇ। ਆਉਣ ਵਾਲੇ ਸਮੇਂ ਵਿੱਚ ਕਈ ਕਿਸਮ ਦੀਆਂ ਪਬਲੀਕੇਸ਼ਨ ਔਰ ਦੇਸ਼ ਪ੍ਰਦੇਸ਼ ਦੇ ਜਿਹੜੇ ਸਰੋਕਾਰ ਹਨ ਉਹਨਾਂ ਨੂੰ ਹੋਰ ਜ਼ਿਆਦਾ ਨੁਮਾਇਆ ਕਰਨ ਲਈ ਸਾਡੀ ਸੰਸਥਾ ਜਿਹੜੀ ਉਹ ਕੰਮ ਕਰੇਗੀ। ਇੱਕ ਵਾਰੀ ਫਿਰ ਮੈਂ ਇਸ ਪ੍ਰੋਗਰਾਮ ਵਗਦੇ ਪਾਣੀ ਪ੍ਰੋਗਰਾਮ ਦੀ ਜੋ ਟੀਮ ਹੈ ਉਹਨਾਂ ਦਾ ਬਹੁਤ ਧੰਨਵਾਦ ਕਰਨਾ ਕਿ ਉਹ ਉਚੇਚੇ ਤੌਰ ਤੇ ਖੁਦ ਇੱਥੇ ਆਪ ਪਹੁੰਚੇ ਨੇ ਔਰ ਇਸ ਨੂੰ ਕਵਰ ਕਰ ਰਹੇ ਨੇ। ਬਹੁਤ ਬਹੁਤ ਮਿਹਰਬਾਨੀ। ਸਭ ਤੋਂ ਵੱਡੀ ਖੁਸ਼ੀ ਅੱਜ ਆਪਾਂ ਇਹ ਜ਼ਾਹਰ ਕਰਦੇ ਹਾਂ ਕਿ ਕਰੋਨਾ ਟਾਈਮ 'ਚ ਜੋ ਸਭ ਕੁਝ ਬੰਦ ਹੋਇਆ ਉਸ ਤੋਂ ਬਾਅਦ ਆਪਾਂ ਪਹਿਲੀ ਵਾਰ ਮਿਲੇ ਹਾਂ ਤੇ ਸ਼ੁਕਰਗੁਜ਼ਾਰ ਹਾਂ ਪਰਮਾਤਮਾ ਦੇ ਕਿ ਉਹਨੇ ਆਪਾਂ ਸਾਰਿਆਂ ਨੂੰ ਇਹ ਰਾਜੀ ਖੁਸ਼ੀ ਰੱਖਿਆ ਤੇ ਮੁੜ ਰੌਣਕਾਂ ਲਾਉਣ ਦਾ ਜਿਹੜਾ ਵਾ ਉਹ ਮੌਕਾ ਦਿੱਤਾ ਹੋਇਆ। ਦੂਸਰਾ ਤੁਹਾਨੂੰ ਵੀ ਅਤੇ ਮੈਡਮ ਹਰਿੰਦਰ ਕੌਰ ਜੀ ਨੂੰ ਵੀ ਇਸ ਪੁਸਤਕ ਦੇ ਛਪਣ ਦੀਆਂ ਔਰ ਅੱਜ ਰਿਲੀਜ਼ ਕਰਨ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ। ਭੈਣ ਜੀ ਹਰਵਿੰਦਰ ਕੌਰ ਜੀ, ਬਹੁਤ ਖੁਸ਼ੀ ਹੋਈ ਹੈ ਤੁਹਾਡੇ ਬਾਰੇ ਜਾਣ ਕੇ। ਤੁਸੀਂ ਨਾਟਕ ਵੀ ਖੇਡਦੇ ਹੋ, ਲਿਖਦੇ ਹੋ ਔਰ ਤੁਹਾਡੀ ਆਪਣੀ ਪੁਸਤਕ ਹੈ ਤੇ ਉਮੀਦ ਕਰਦੇ ਹਾਂ ਕਿ ਜਲਦੀ ਹੀ ਜਦੋਂ ਇੰਡੀਆ ਆਓਗੇ ਤੁਸੀਂ ਸਾਡੀ ਟੀਮ ਨੂੰ ਜ਼ਰੂਰ ਮਿਲੋਗੇ। ਮੇਰੇ ਨਾਲ ਕੈਮਰੇ ਤੇ ਸਾਥ ਨਿਭਾ ਰਹੇ ਨੇ ਸੰਤੋਖ ਸਿੰਘ ਪੰਨੂ ਸੀਚੇਵਾਲ ਜੀ ਤੇ ਇੱਕ ਵਾਰ ਫਿਰ ਭੈਣ ਜੀ ਹਰਵਿੰਦਰ ਕੌਰ ਜੀ ਨੂੰ, ਸਿਰਜਣਾ ਕੇਂਦਰ ਕਪੂਰਥਲਾ ਦੇ ਪ੍ਰਧਾਨ ਸਾਹਿਬ ਸਰਦਾਰ ਆਸਾ ਸਿੰਘ ਜੀ ਘੁੰਮਣ ਨੂੰ ਲੱਖ ਲੱਖ ਕਰੋੜ ਕਰੋੜ ਵਧਾਈਆਂ ਜੀ। ਸਮੂਹ ਸਾਹਿਤਕਾਰਾਂ ਤੇ ਸਾਹਿਤ ਪ੍ਰੇਮੀਆਂ ਨੂੰ ਲੰਮੇ ਸਮੇਂ ਬਾਅਦ ਆਪਾਂ ਮਿਲ ਰਹੇ ਹਾਂ ਕਿਉਂਕਿ ਕਰੋਨਾ ਮਹਾਮਾਰੀ ਦੇ ਦੌਰ ਦੇ ਵਿੱਚੋਂ ਲੰਘਦਿਆਂ ਹੋਇਆਂ ਜਿਹੜਾ ਸੰਤਾਪ ਤੁਸੀਂ ਸਾਰਿਆਂ ਨੇ ਭੋਗਿਆ ਉਹਦੇ ਤੋਂ ਹੁਣ ਵੀ ਪਰਹੇਜ਼ ਕੀਤਾ ਜਾ ਰਿਹਾ ਤੇ ਕਰਨ ਦੀ ਲੋੜ ਵੀ ਹੈ। ਔਰ ਅੱਜ ਅਸੀਂ ਜਿਹੜੇ ਪ੍ਰੋਗਰਾਮ ਲੈ ਕੇ ਤੁਹਾਡੇ ਰੂਬਰੂ ਹੋਏ ਹਾਂ ਉਹ ਪ੍ਰੋਗਰਾਮ ਵੀ ਤੁਹਾਡੇ ਨਾਲ ਸਾਂਝੇ ਕਰਨੇ ਨੇ ਤੇ ਮੈਂ ਚਾਹਾਂਗਾ ਕਿ ਪਹਿਲਾਂ ਵਿਧੀਵਤ ਢੰਗ ਦੇ ਨਾਲ ਪ੍ਰਧਾਨਗੀ ਮੰਡਲ ਸਜਾ ਲਿਆ ਜਾਵੇ। ਮੇਰੀ ਬੇਨਤੀ ਹੈ ਬੁੱਕੇ ਆਪ ਜਾਓ ਆਸ਼ੂ ਜੀ ਔਰ ਆਓ ਸਾਜਨ ਜੀ ਆ ਜਾਓ। ਸਤਿਕਾਰਯੋਗ ਡਾਕਟਰ ਹਰਪ੍ਰੀਤ ਸਿੰਘ ਹੁੰਦਲ ਜੀ, ਆਓ ਜੀ। ਇਹਨਾਂ ਦਾ ਬੜਾ ਯੋਗਦਾਨ ਹੈ ਪੰਜਾਬੀ ਸਾਹਿਤ ਦੇ ਖੇਤਰ ਵਿੱਚ। ਸਾਨੂੰ ਵੱਡੇ ਹੁੰਦਲ ਸਾਹਿਬ ਨਜ਼ਰ ਆ ਰਹੇ। ਹਰਭਜਨ ਸਿੰਘ ਹੁੰਦਲ ਜੀ ਦੇ ਹੋਣਹਾਰ ਸਪੂਤ ਨੇ ਔਰ ਹੁੰਦਲ ਸਾਹਿਬ ਸਾਡੇ ਮੋਢੀ ਮੈਂਬਰ ਵੀ ਰਹੇ ਨੇ ਤੇ ਬੜੀਆਂ ਸੇਵਾਵਾਂ ਨਿਭਾਈਆਂ ਨੇ ਉਹਨਾਂ ਨੇ। ਹੁੰਦਲ ਸਾਹਿਬ ਪ੍ਰਧਾਨਗੀ ਮੰਡਲ ਵਿੱਚ ਸੁਸ਼ੋਭਿਤ ਹੋਣ ਜੀ। ਸਾਹ ਹਰਪਾਲ ਸਿੰਘ ਬਾਵਾ ਜੀ, ਆਓ ਜੀ। ਉੱਘੇ ਸਮਾਜ ਸੇਵਕ ਨੇ ਔਰ ਇਲਾਕੇ ਦੀ ਮਾਇਨਾਜ਼ ਹਸਤੀ ਬਾਬਾ ਜੀ, ਜੀ ਆਇਆਂ ਨੂੰ। ਹਾਂਜੀ ਹਾਂਜੀ। ਰੰਗਮੰਚ ਦੀ ਜਾਣੀ ਪਛਾਣੀ ਸ਼ਖਸੀਅਤ, ਉੱਘਾ ਨਾਮ ਇੰਦਰਜੀਤ ਰੂਪੇ ਵਾਲੀ, ਵਿਸ਼ੇਸ਼ ਤੌਰ ਤੇ ਉਹਨਾਂ ਨੂੰ ਸੱਦਾ ਹੈ ਪ੍ਰਧਾਨਗੀ ਮੰਡਲ ਵਾਸਤੇ। ਜਨਰਲ ਸਕੱਤਰ ਇਪਟਾ ਦੇ ਜਨਰਲ। ਹਾਂਜੀ। ਰੰਗਮੰਚ ਦੀ ਜਾਣੀ ਪਛਾਣੀ ਸ਼ਖਸੀਅਤ, ਉੱਘਾ ਨਾਮ ਇੰਦਰਜੀਤ ਰੂਪੇ ਵਾਲੀ, ਵਿਸ਼ੇਸ਼ ਤੌਰ ਤੇ ਉਹਨਾਂ ਨੂੰ ਸੱਦਾ ਹੈ ਪ੍ਰਧਾਨਗੀ ਮੰਡਲ ਵਾਸਤੇ। ਜਨਰਲ ਸਕੱਤਰ ਇਪਟਾ ਦੇ ਜਨਰਲ। ਹਾਂਜੀ। ਸਾਡੇ ਪੰਜਾਬ ਦਾ ਮਾਣ ਰਾਮ ਲਾਲ ਭਗਤ ਜੀ, ਮਹਿਕ ਪੰਜਾਬ ਦੀ ਰਾਮ ਲਾਲ ਭਗਤ ਜੀ, ਜੀ ਆਇਆਂ ਨੂੰ। ਅੱਜ ਸਮਾਗਮ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਮੈਂ ਇਹ ਦੱਸ ਦੇਵਾਂ ਕਿ ਅਸੀਂ ਬੀਤੇ ਦਿਨੀ ਡਾਕਟਰ ਕੁਲਦੀਪ ਸਿੰਘ ਧੀਰ ਅਤੇ ਪ੍ਰੋਫੈਸਰ ਅਵਤਾਰ ਸਿੰਘ ਜੌੜਾ ਜੀ ਨੂੰ ਉਹਨਾਂ ਦੀ ਯਾਦ ਵਿੱਚ ਸ਼ਰਧਾ ਸੁਮਨ ਭੇਟ ਕਰਨੇ ਨੇ। ਉਹ ਦੋਨੋਂ ਪੰਜਾਬੀ ਸਾਹਿਤ ਦੀਆਂ ਮਹਾਨ ਹਸਤੀਆਂ ਸਾਡੇ ਵਿਚਕਾਰ ਨਹੀਂ ਰਹੀਆਂ। ਡਾਕਟਰ ਕੁਲਦੀਪ ਸਿੰਘ ਧੀਰ ਉੱਘੇ ਵਿਦਵਾਨ ਡਾਕਟਰ ਕੁਲਦੀਪ ਸਿੰਘ ਧੀਰ, ਜਿਨ੍ਹਾਂ ਦੀ ਸਾਂਝ ਬੂਲਪੁਰ ਦੇ ਨਾਲ ਵੀ ਰਹੀ ਹੈ। ਬੜਾ ਲੰਮਾ ਸਮਾਂ ਉਹਨਾਂ ਨੇ ਬੂਲਪੁਰ ਹੰਢਾਇਆ। ਔਰ ਪ੍ਰੋਫੈਸਰ ਅਵਤਾਰ ਜੌੜਾ ਜੀ ਬਾਰੇ ਵੀ ਸਾਰੇ ਭਲੀ ਭਾਂਤ ਜਾਣਦੇ ਹੋ। ਇਹਨਾਂ ਦੋਨਾਂ ਸ਼ਖਸੀਅਤਾਂ ਦੇ ਜਾਣ ਦਾ ਸਾਨੂੰ ਦੁੱਖ ਹੈ। ਔਰ ਸਿਰਜਣਾ ਕੇਂਦਰ ਦੇ ਸਮੂਹ ਮੈਂਬਰ ਇਸ ਉਹਨਾਂ ਦੇ ਨਾਲ, ਉਹਨਾਂ ਦੇ ਪਰਿਵਾਰ ਦੇ ਨਾਲ, ਪੂਰੀ ਦੁਨੀਆ ਦੀ ਜਿਹੜੀ ਸਾਹਿਤਕ ਇਕਾਈ ਹੈ ਉਹਦੇ ਨਾਲ
ਗਹਿਰੇ ਦੁੱਖ ਦਾ ਇਜ਼ਹਾਰ ਸਿਰਜਣਾ ਕੇਂਦਰ ਵੱਲੋਂ ਕੀਤਾ ਜਾਂਦਾ ਹੈ। ਹੁਣ ਜਿਸ ਤਰ੍ਹਾਂ ਕਿ ਉਲੀਕੇ ਹੋਏ ਪ੍ਰੋਗਰਾਮ ਦੀ ਗੱਲ ਹੈ, ਸਾਡੇ ਕੋਲ ਲਗਭਗ 6 ਮਹੀਨੇ ਪਹਿਲਾਂ ਹਰਵਿੰਦਰ ਕੌਰ ਬਬਲੀ ਸਮੇਤ ਪਰਿਵਾਰ ਆਏ ਸਨ ਮਸਕਟ ਤੋਂ। ਉਹਨਾਂ ਨੇ 10 ਕਿਤਾਬਾਂ ਸਾਨੂੰ ਦਿੱਤੀਆਂ ਸਨ ਆਪਣੇ ਨਾਟਕ ਦੀਆਂ। ਨੈਣੀ ਨੀਂਦ ਨਾ ਆਵੇ, ਉਹਨਾਂ ਦਿਨਾਂ 'ਚ ਹੀ ਲੋਕਡਾਊਨ ਲੱਗ ਗਿਆ। ਘੁੰਮਣ ਸਾਹਿਬ ਨਾਲ ਗੱਲ ਹੋਈ, ਕਿਤਾਬ ਇਹਨਾਂ ਤੱਕ ਪਹੁੰਚੀ। ਇਹਨਾਂ ਨੇ ਕਿਹਾ ਵੀ ਜਦੋਂ ਵੀ ਕੋਈ ਸਬੱਬ ਬਣੇਗਾ ਅਸੀਂ ਪਹਿਲ ਦੇ ਆਧਾਰ 'ਤੇ ਅਜਿਹੀਆਂ ਕਿਤਾਬਾਂ ਨੂੰ ਰਿਲੀਜ਼ ਕਰਾਂਗੇ। ਅਤੇ ਸਮੇਂ ਵਿੱਚ ਜਿਵੇਂ ਜਿਵੇਂ ਕਿਤਾਬਾਂ ਆਉਂਦੀਆਂ ਗਈਆਂ, ਜਿੱਦਾਂ ਰਜਨੀ ਵਾਲੀਆ ਦੀ ਕਿਤਾਬ ਆਈ, ਉਹ 7 ਰੋਸ਼ਨ ਜੀ ਦੇ ਮਤਲਬ ਕਰ ਕਮਲਾਂ ਦੇ ਨਾਲ ਜਿੱਦਾਂ ਵੀ ਸਮਾਂ ਬਣਿਆ, ਸਮੇਂ ਰਿਲੀਜ਼ ਹੋਈਆਂ। ਅੱਜ ਘੁੰਮਣ ਸਾਹਿਬ ਦੀ ਸਿਹਤ ਆਪਣਾ ਖਹਿੜਾ ਸਾਹਿਬ ਦੀ ਸਿਹਤ ਠੀਕ ਨਾ ਹੋਣ ਕਰਕੇ ਸਟੇਜ ਦੀ ਸੇਵਾ ਉਹਨਾਂ ਨੇ ਮੈਨੂੰ ਦਿੱਤੀ ਹੈ, ਅਤੇ ਰਲ ਮਿਲ ਕੇ ਅਸੀਂ ਇਹ ਸੇਵਾ ਨਿਭਾਵਾਂਗੇ। ਔਰ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਾਂਗਾ ਸਾਡੇ ਸੰਤੋਖ ਸਿੰਘ ਪੁੰਨੂ ਜੀ ਦਾ, ਜੋ ਕਿ ਅਵਤਾਰ ਰੇਡੀਓ ਸੀਚੇਵਾਲ ਦੇ ਬਹੁਤ ਲੰਮੇ ਸਮੇਂ ਤੋਂ ਸੇਵਾਦਾਰ ਨੇ। ਹਰਮੇਸ਼ ਕੌਰ ਯੋਧੇ ਅਤੇ ਸੰਤੋਖ ਸਿੰਘ ਪੰਨੂ ਜੀ, ਇਹਨਾਂ ਦੋਵਾਂ ਦਾ ਬਹੁਤ ਬਹੁਤ ਧੰਨਵਾਦ। ਉਚੇਚੇ ਤੌਰ 'ਤੇ ਟੀਮ ਸਾਰਾ ਪ੍ਰੋਗਰਾਮ ਕਵਰ ਕਰ ਰਹੀ ਹੈ, ਔਰ ਇਹਨਾਂ ਦਾ ਵਿਸ਼ੇਸ਼ ਧੰਨਵਾਦ। ਰੰਗਮੰਚ ਅਤੇ ਫਿਲਮੀ ਖੇਤਰ ਦੀ ਮਕਬੂਲ ਅਦਾਕਾਰਾ, ਐਕਟਰ ਡਾਇਰੈਕਟਰ ਹਰਵਿੰਦਰ ਕੌਰ ਬਬਲੀ, ਜੋ ਕਿ ਕਿਸੇ ਵਿਸ਼ੇਸ਼ ਜਾਣ ਪਛਾਣ ਦੀ ਮੁਹਤਾਜ ਨਹੀਂ। ਆਪਣੇ ਵਿੱਚੋਂ ਬਹੁਤੇ ਲੋਕ ਜਾਣਦੇ ਨੇ ਰਾਜਵਿੰਦਰ, ਜੋ ਕਿ ਜਰਮਨ ਦਾ ਰਾਜ ਕਵੀ ਹੈ, ਕਪੂਰਥਲੇ ਦਾ ਜੰਮਪਲ ਹੈ। ਕਿਸੇ ਵੇਲੇ ਖੁਸ਼ਵੰਤ ਸਿੰਘ ਨੇ ਉਹਨਾਂ ਬਾਰੇ ਲਿਖਿਆ ਸੀ ਕਿ ਲੋਕ ਤਾਂ ਵਿਦੇਸ਼ਾਂ ਵਿੱਚ ਨਾਵਾਂ ਕਮਾਉਣ ਜਾਂਦੇ ਨੇ, ਪਰ ਰਾਜਵਿੰਦਰ ਵਾਹਿਦ ਉਹ ਸ਼ਖਸ ਹੈ ਜਿਸ ਨੇ ਨਾਵੇਂ ਨੂੰ ਇੱਕ ਸਾਈਡ 'ਤੇ ਰੱਖ ਕੇ ਨਾਂ ਕਮਾਇਆ। ਰਾਜਵਿੰਦਰ ਦੀਆਂ ਤਕਰੀਬਨ 15 ਕਿਤਾਬਾਂ ਜਰਮਨ ਅਤੇ ਸਪੈਨਿਸ਼ ਭਾਸ਼ਾ ਵਿੱਚ ਛਪੀਆਂ ਨੇ, ਉੱਧਰਲੇ ਸਿਲੇਬਸ ਵਿੱਚ ਲੱਗੀਆਂ ਹੋਈਆਂ ਨੇ। ਅਤੇ ਉਹਨਾਂ ਦੀ ਪਲੇਠੀ ਕਿਤਾਬ ਜਿਹੜੀ ਹੈ ਉਹ ਲਗਭਗ 1975 ਵਿੱਚ ਛਪੀ ਸੀ। ਮੈਂ ਉਹਦਾ ਪਾਠਕ ਸੀ। ਉਹਦੇ ਵਿੱਚੋਂ ਬਹੁਤ ਸਾਰੀਆਂ ਰਚਨਾਵਾਂ ਮੈਨੂੰ ਅਜੇ ਵੀ ਜ਼ੁਬਾਨੀ ਯਾਦ ਨੇ। ਔਰ ਰਾਜਵਿੰਦਰ ਦੇ ਪਰਿਵਾਰ ਵਿੱਚੋਂ ਡਾਕਟਰ ਕੁਲਵੰਤ, ਡਾਕਟਰ ਹਰਭਜਨ ਸਿੰਘ ਹੋਰਾਂ ਦੇ ਨਾਲ ਉਹ ਇਕੱਠੇ ਇਹਨਾਂ ਨੇ ਇਸ ਖੇਤਰ ਦੇ ਵਿੱਚ ਕਦਮ ਧਰਿਆ ਸੀ। ਡਾਕਟਰ ਕੁਲਵੰਤ, ਰਾਜਵਿੰਦਰ ਔਰ ਮੇਰਾ ਹਾਣੀ, ਅਸੀਂ ਮਲੰਗੀ ਵੇਲੇ ਦੇ ਬੇਲੀ ਹਾਂ, ਜਸਪਾਲ ਸਿੰਘ, ਜੋ ਕਿ ਇਸ ਵੇਲੇ DIG ਗੋਆ, ਬਹੁਤ ਵੱਡੀਆਂ ਪੋਸਟਾਂ 'ਤੇ ਇਹ ਪਰਿਵਾਰ ਪਹੁੰਚਿਆ। ਉਹਨਾਂ ਦੀ ਛੋਟੀ ਭੈਣ ਹਰਵਿੰਦਰ ਕੌਰ ਬਬਲੀ, ਜੋ ਕਿ ਸਮੇਂ ਪਰਿਵਾਰ ਸਾਡੇ ਵਿੱਚ ਆ ਕੇ ਹਾਜ਼ਰੀ ਵੀ ਭਰਦਾ ਰਿਹਾ ਹੈ। ਉਹਨਾਂ ਦੀ ਅਸੀਂ ਅੱਜ ਨੈਣੀ ਨੀਂਦ ਨਾ ਆਵੇ ਇਹ ਨਾਟਕ ਸੰਗ੍ਰਹਿ ਰਿਲੀਜ਼ ਕਰਨ ਜਾ ਰਹੇ ਹਾਂ। ਔਰ ਇਹਦੇ ਨਾਲ ਹੀ ਇੱਕ ਨਾਟਕ, ਕਾਵ ਨਾਟਕ ਭੰਡਾ ਭੰਡਾਰੀਆ ਪ੍ਰੋਫੈਸਰ ਰਾਮ ਲਾਲ ਭਗਤ ਜੀ ਦਾ, ਉਹ ਵੀ ਰਿਲੀਜ਼ ਕੀਤਾ ਜਾਵੇਗਾ। ਔਰ ਇਹਦੇ ਦਰਮਿਆਨ ਅਸੀਂ ਚਾਹਾਂਗੇ ਕਿ ਬੜੇ ਲੰਮੇ ਸਮੇਂ ਬਾਅਦ ਆਪਾਂ ਇਕੱਤਰ ਹੋਏ ਹਾਂ, ਅਤੇ ਤਕਰੀਬਨ 20-22 ਕਵੀਆਂ ਦਾ ਕਵੀ ਦਰਬਾਰ ਜਿਹੜਾ ਉਲੀਕਿਆ ਹੈ, ਉਹਦੇ ਵਿੱਚ ਮੈਂ ਵਾਰੀ ਆਪਣੇ ਸ਼ਾਇਰ ਮਿੱਤਰਾਂ ਨੂੰ ਜ਼ਰੂਰ ਆਵਾਜ਼ ਦੇਵਾਂਗਾ। ਸਾਡੇ ਵਿੱਚ ਸਾਡੇ ਤਕਰੀਬਨ ਬਹੁਤ ਸਾਰੇ ਮੈਂਬਰ ਹਾਜ਼ਰ ਨੇ, ਸਾਰਿਆਂ ਨੂੰ ਜੀ ਆਇਆਂ। ਅਤੇ ਮੈਂ ਚਾਹਾਂਗਾ ਡਾਕਟਰ ਆਸਾ ਸਿੰਘ ਘੁੰਮਣ ਜੀ, ਆਓ ਇੱਕ ਵਾਰੀ ਆਏ ਹੋਏ ਸਾਰੇ ਮਹਿਮਾਨਾਂ ਦਾ ਸਵਾਗਤ ਕਰਨ, ਜੀ ਆਇਆਂ ਆਖਣ ਜੀ। ਡਾਕਟਰ ਆਸਾ ਸਿੰਘ ਘੁੰਮਣ ਜੀ। ਸਿਰਜਣਾ ਕੇਂਦਰ ਮੇਰਾ ਖਿਆਲ ਪਿਛਲੇ 38-40 ਸਾਲ ਤੋਂ ਸਿਰਜਣਾ, ਸਾਹਿਤਕ, ਸੱਭਿਆਚਾਰਕ ਅਤੇ ਸਮਾਜਿਕ ਜਿਹੜੀਆਂ ਉਸਾਰੂ ਗਤੀਵਿਧੀਆਂ ਨੇ ਉਹਨਾਂ 'ਚ ਆਪਣਾ ਬੜਾ ਅਹਿਮ ਰੋਲ ਅਦਾ ਕਰ ਰਿਹਾ। ਸਬੱਬ ਵਸ ਇਹ ਜ਼ਿੰਮੇਵਾਰੀ ਐਤਕਾਂ ਰੋਸ਼ਨ ਖਹਿੜਾ ਜੀ ਨੂੰ ਬਤੌਰ ਜਨਰਲ ਸਕੱਤਰ ਦਿੱਤੀ ਗਈ। ਉਹਨਾਂ ਨੇ ਟੀਮ ਬਣਾਉਣ ਲਈ ਮੈਨੂੰ ਵਿੱਚ ਨਾਲ ਪ੍ਰਧਾਨ ਦੇ ਤੌਰ 'ਤੇ ਨਿਸ਼ਚਿਤ ਕਰ ਲਿਆ। ਲੇਕਿਨ ਇੱਕ ਪ੍ਰੋਗਰਾਮ ਕਰਨ ਤੋਂ ਬਾਅਦ ਹੀ ਇਹ ਕਰੋਨਾ ਮਾਰੀ ਦਾ ਦੌਰ ਜਿਹੜਾ ਉਹ ਚੱਲਿਆ। ਉਹਦੇ ਦਰਮਿਆਨ ਵੈਸੇ ਅਸੀਂ 3 ਵੈਬ ਕਵੀ ਦਰਬਾਰ ਕੀਤੇ। ਪਹਿਲਾ ਅਸੀਂ ਨਾਰੀ ਕਵੀ ਦਰਬਾਰ, ਜਿਹਦੇ ਵਿੱਚ ਸੁਖਵਿੰਦਰ ਅੰਮ੍ਰਿਤ ਹੋਰਾਂ ਨੇ ਪ੍ਰਧਾਨਗੀ ਕੀਤੀ, ਔਰ ਸਾਡੇ ਜਿੰਨੀਆਂ
ਸਿਰਜਣਹਾਰੀਆਂ ਨੇ ਮੈਂਬਰਸ, ਉਹਨਾਂ ਨੇ ਆਪਣੀਆਂ ਕਵਿਤਾਵਾਂ ਪੜ੍ਹੀਆਂ। ਬੜਾ ਅੱਛਾ ਮਾਹੌਲ ਸੀ। ਉਸ ਤੋਂ ਬਾਅਦ ਕਿਉਂਕਿ ਸਾਡੇ ਕੋਲ ਸ਼ਾਇਰ ਬਹੁਤ ਨੇ, 2 ਹਿੱਸਿਆਂ 'ਚ ਅਸੀਂ ਵੰਡਿਆ। ਪਹਿਲਾ ਜਿਹੜਾ ਵੈਬ ਕਵੀ ਦਰਬਾਰ ਸੀ, ਉਹਦੇ ਵਿੱਚ ਯੂਰਪੀਅਨ ਇਕਾਈ ਜਿਹੜੀ ਹੈ, ਯੂਰਪੀਅਨ ਸੱਥ ਦੀ ਇਕਾਈ, ਪੰਜਾਬੀ ਸੱਥ ਦੀ ਯੂਰਪੀਅਨ ਇਕਾਈ ਮੋਤਾ ਸਿੰਘ ਸਰਾਏ ਹੋਰੀ ਇੰਗਲੈਂਡ ਤੋਂ, ਉਹਦੇ 'ਚ ਮੁੱਖ ਮਹਿਮਾਨ ਸਨ। MP ਇੰਗਲੈਂਡ ਵਰਿੰਦਰ ਸ਼ਰਮਾ ਜੀ ਮੁੱਖ ਮਹਿਮਾਨ ਸਨ, ਔਰ ਕੁਝ ਹੋਰ ਗੁਰਭਜਨ ਗਿੱਲ ਜੀ, ਨਹੀਂ ਉਹ ਦੂਜੇ 'ਚ ਸਨ, ਮੁੱਖ ਮਹਿਮਾਨ ਸਨ। ਸੋ ਉਹਨਾਂ ਨੇ ਇੱਕ ਕਿਤਾਬ ਸਾਡੇ ਲਈ ਸਪੋਂਸਰ ਕੀਤੀ ਕਿ ਆਪਣੇ ਜਿਹੜੇ ਸ਼ਾਇਰ ਨੇ, ਔਰ ਉਹਦੇ ਲਈ ਅਜੇ ਭਾਵੇਂ ਕਿ ਸਾਡੀਆਂ ਸਾਰੇ ਸ਼ਾਇਰਾਂ ਦੀਆਂ ਕਵਿਤਾਵਾਂ ਨਹੀਂ ਪਹੁੰਚੀਆਂ, ਉਹਨਾਂ ਵੱਲੋਂ 49,873 ਰੁਪਏ ਦਾ ਚੈੱਕ ਜਿਹੜਾ ਉਹ ਸਾਡੇ ਅਕਾਊਂਟ 'ਚ ਭੇਜ ਦਿੱਤਾ ਗਿਆ। ਉਹਨਾਂ ਦਾ ਬਹੁਤ ਧੰਨਵਾਦ। ਜਿਹੜਾ ਤੀਸਰਾ ਸਾਡਾ ਵੈਬ ਕਵੀ ਦਰਬਾਰ ਹੋਇਆ, ਉਹਦੇ ਵਿੱਚ ਪੰਜਾਬ ਭਵਨ ਸੁਖੀ ਬਾਠ ਹੋਰੀ ਮੁੱਖ ਮਹਿਮਾਨ ਸਨ, ਨਾਲ ਗੁਰਭਜਨ ਗਿੱਲ ਜੀ ਮੁੱਖ ਮਹਿਮਾਨ ਸਨ, ਔਰ ਰਿਟਨ ਜਿਹੜਾ ਹੈ MOU ਮੈਮੋਰੈਂਡਮ ਆਫ ਅੰਡਰਸਟੈਂਡਿੰਗ ਜਿਹੜਾ ਹੈ ਪੰਜਾਬ ਭਵਨ ਅਤੇ ਸਿਰਜਣਾ ਕੇਂਦਰ ਕਪੂਰਥਲਾ 'ਚ ਰਿਟਨ ਮੈਮੋਰੈਂਡਮ ਜਿਹੜਾ ਉਹ ਸਾਈਨ ਹੋਇਆ ਸੁਖੀ ਬਾਠ ਹੋਰਾਂ ਵੱਲੋਂ ਔਰ ਸਾਡੇ ਵੱਲੋਂ, ਔਰ ਉਹਦੇ ਵਿੱਚ ਮਿਲ ਕੇ ਜਿਹੜੇ ਆਉਣ ਵਾਲੇ ਕੋਈ ਅੱਛੇ ਪ੍ਰੋਗਰਾਮ ਨੇ ਜਿਹੜੇ ਉਹ ਤੈਅ ਕੀਤੇ ਜਾਣਗੇ ਕਿ ਕਿਹੜੇ ਅਸੀਂ ਮਿਲ ਕੇ ਪ੍ਰੋਗਰਾਮ ਕਰ ਸਕਦੇ ਹਾਂ। ਜਾਂ ਸਾਡੇ ਸਿਰਜਣਾ ਕੇਂਦਰ ਦੇ ਕੋਈ ਮੈਂਬਰ ਕੈਨੇਡਾ ਵਿੱਚ ਜਾਂਦੇ ਨੇ ਤੇ ਉਹ ਪੰਜਾਬ ਭਵਨ ਵਿੱਚ ਉਚੇਚੇ ਤੌਰ 'ਤੇ ਸਨਮਾਨਿਤ ਹੋਣਗੇ ਜਾਂ ਸ਼ਮੂਲੀਅਤ ਉਹਨਾਂ ਦੀ ਹੋਏਗੀ, ਕਿਉਂਕਿ ਸਾਡੀ ਇਹ ਪਰਸਪਰ ਸਾਂਝ ਜਿਹੜੀ ਆ ਉਹ ਲਿਖਤੀ ਸਾਂਝ ਆ। ਔਰ ਉਹਨਾਂ ਵੱਲੋਂ ਵੀ ਇਮੋਸ਼ਨਲ ਹੋ ਕੇ ਜਦੋਂ ਗੱਲ ਹੋ ਰਹੀ ਸੀ ਸ਼ਾਹਬਾਜ਼ ਹੋਰਾਂ ਦੀ, ਤੇ ਉਹਨਾਂ ਨੇ ਕਿਹਾ ਵੀ ਕਮਰ ਇਮਤਿਆਜ਼ ਹੋਰਾਂ ਦੇ ਜਿੰਨੇ ਵੀ ਰਚਨਾਵਾਂ ਨੇ ਉਹ ਸਾਰੀਆਂ ਇਕੱਠੀਆਂ ਕਰਕੇ ਵਧੀਆ ਛਪਾਈ ਕੀਤੀ ਜਾਵੇ ਤੇ ਉਹਦੀ ਸਪੋਂਸਰਸ਼ਿਪ ਜਿਹੜੀ ਆ ਉਹ ਪੰਜਾਬ ਭਵਨ ਵੱਲੋਂ ਹੋਏਗੀ। ਸੋ ਇੱਕੋ ਵੱਡਾ ਮੁੱਦਾ ਹੈ, ਉਹ ਹੈ ਅੱਜ ਦੇ ਯੁੱਗ ਵਿੱਚ ਮਿਲ ਬੈਠਣ ਦਾ। ਸੋ ਉਹ ਜਿਹੜੀਆਂ ਤਾਂਘਾਂ ਸਨ ਮਿਲਣ ਦੀਆਂ, ਪਤਾ ਨਹੀਂ ਕਿਉਂ ਘਟਦੀਆਂ ਜਾ ਰਹੀਆਂ ਨੇ। ਉਹ ਜਿਹੜੀਆਂ ਤਾਂਘਾਂ ਸਨ ਸੁਣਨ ਦੀਆਂ ਦੂਜਿਆਂ ਨੂੰ, ਉਹ ਕੁਝ ਘਟਦੀਆਂ ਜਾ ਰਹੀਆਂ ਨੇ। ਤੇ ਸਿਰਜਣਾ ਕੇਂਦਰ ਤੇ ਸਾਹਿਤਕਾਰਾਂ ਦਾ ਫਰਜ਼ ਹੀ ਇਹ ਹੁੰਦਾ ਕਿ ਉਹ ਅਗੇਂਸਟ ਦਾ ਟਾਈਡ ਚੱਲਦੇ ਨੇ। ਜੋ ਲਹਿਰ ਹੂੰਜ ਕੇ ਲਿਜਾ ਰਹੀ ਹੈ ਸਮਾਜ ਨੂੰ, ਉਸ ਦੇ ਉਲਟ ਉਹ ਆਪਣੀ ਆਵਾਜ਼ ਉਠਾਉਂਦੇ ਨੇ, ਜਿਹਨੂੰ ਇੰਗਲਿਸ਼ ਵਿੱਚ ਅਸੀਂ ਕਹਿੰਦੇ ਹਾਂ ਥੀਸਿਸ, ਐਂਟੀਥੀਸਿਸ, ਤੇ ਫਿਰ ਉਹਦੇ ਵਿੱਚੋਂ ਨਿਕਲਦਾ ਸਿੰਥੇਸਿਸ, ਵੀ ਜੋ ਇਹ ਚੱਲ ਰਿਹਾ ਇਹ ਚੰਗਾ ਨਹੀਂ ਹੈ, ਸਾਡੇ ਹਿਸਾਬ ਨਾਲ ਆਹ ਚੰਗਾ ਹੈ, ਤੇ ਉਹਦੇ ਵਿੱਚੋਂ ਫਿਰ ਕੁਛ ਨਾ ਕੁਛ ਨਵਾਂ ਜਿਹੜਾ ਹੈ ਉਹ ਸਿਰਜ ਕੇ ਆਉਂਦਾ। ਸੋ ਮੇਰੀ ਹੱਥ ਬੰਨ੍ਹ ਬੇਨਤੀ ਬਾਰ-ਬਾਰ ਇਹੀ ਹੈ ਕਿ ਆਪਾਂ ਇੱਕ ਦੂਜੇ ਦੇ ਨਾਲ ਪਰਸਪਰ ਮਿਲਣ ਦੀ, ਉਹ ਜਿਹੜਾ ਅਸੀਂ ਡਿਵਾਈਨ ਦਰਸ਼ਨ ਆ ਵੀ ਦਰਸ਼ਨ ਕਰਨੇ। ਕਿਸੇ ਮੈਂ ਸੱਜਣ ਨੂੰ ਕਹਿ ਰਿਹਾ ਸੀ ਵੀ ਤੁਸੀਂ ਪਾਠ ਜ਼ਬਾਨੀ ਸੁਣਦੇ ਹੋ, ਮਤਲਬ ਜ਼ਬਾਨੀ ਸੁਣਦੇ ਹੋ? ਕਹਿੰਦਾ ਨਹੀਂ, ਮੈਂ ਪਾਠ ਪੜ੍ਹਨਾ, ਕਿਉਂਕਿ ਸ਼ਬਦਾਂ ਦੇ ਦਰਸ਼ਨ ਵੀ ਹੋਣੇ ਚਾਹੀਦੇ ਨੇ, ਸਿਰਫ ਸੁਣਨ ਨਾਲ ਹੀ ਉਹ ਗੱਲ ਨਹੀਂ ਬਣਦੀ। ਸੋ ਤੁਹਾਡੀਆਂ ਕਵਿਤਾਵਾਂ ਅਸੀਂ WhatsApp 'ਤੇ ਸੁਣਦੇ ਰਹੇ ਹਾਂ, ਲੇਕਿਨ ਸਾਨੂੰ ਇਹ ਵੀ ਸੀ ਕਿ ਤੁਹਾਡੇ ਦਰਸ਼ਨ ਵੀ ਹੋਣ, ਖਾਸ ਤੌਰ 'ਤੇ ਨਵੇਂ ਮੈਂਬਰਾਂ ਦੇ, ਤੇ ਰੂਬਰੂ ਹੋ ਕੇ ਉਹ ਕਵਿਤਾਵਾਂ ਸੁਣ ਸਕੀਏ। ਜਿਵੇਂ ਕਿ ਦੱਸਿਆ ਗਿਆ, ਇਹ ਬੀਬਾ ਬਹੁਤ ਜ਼ਿਆਦਾ ਉਤਸੁਕ ਨੇ ਔਰ ਬੜਾ ਚਾਅ ਹੈ ਉਹਨਾਂ ਵਿੱਚ, ਇੰਨਾ ਜ਼ਿਆਦਾ ਚਾਅ ਹੈ ਕਿ ਅਸੀਂ ਪਰਸੋਂ ਪਾਇਆ ਕਿ ਪਕੌੜੇ ਗਰਮ ਕਰਨ ਵਾਸਤੇ ਸਾਡੇ ਕੋਲ ਕੋਈ ਚੀਜ਼ ਨਹੀਂ, ਤੇ ਉਹਨਾਂ ਨੇ ਕਿਹਾ ਵੀ ਪੈਸੇ ਤੇ ਪੈਸਿਆਂ 'ਚ ਰਲ ਜਾਂਦੇ ਨੇ, ਤੁਸੀਂ ਜਿਹੜਾ ਮੈਂ 5000 ਕਿਹਾ ਸੀ ਉਹ ਛੱਡੋ, ਤੇ ਤੁਸੀਂ ਆਓ ਜਿਹੜਾ ਮਾਈਕ੍ਰੋਵੇਵ ਹੈ ਲਵੋ, ਜਿੰਨੇ ਵੀ ਪੈਸੇ ਉੱਤੇ ਲੱਗਦੇ ਨੇ ਉਹ ਅਸੀਂ ਲੈ ਆਂਦਾ ਅੱਜ। ਸੋ ਬਹੁਤ ਮਿਹਰਬਾਨੀ ਉਹਨਾਂ ਦੀ। ਔਰ ਇਹ ਕਿਤਾਬ ਜਿਹੜੀ ਹੈ ਉਹਦੇ 'ਤੇ 10 ਮਿੰਟ ਬੋਲਣਗੇ ਡਾਕਟਰ ਅਨੁਰਾਗ ਸ਼ਰਮਾ ਜੀ, ਇਹਨਾਂ ਨਾਲ ਮੇਰੀ ਗੱਲ ਹੋ ਰਹੀ ਸੀ, ਤੇ ਉਹਨਾਂ ਦੀ ਮੈਂ ਇੰਟਰਵਿਊ ਵੀ ਜਦੋਂ ਬੋਬਲੀ ਦੀ ਕੀਤੀ ਕਿ ਨਾਟਕਕਾਰ ਨਾਲੋਂ ਜਦੋਂ ਅਦਾਕਾਰ ਆਪ ਨਾਟਕ ਲਿਖਦਾ ਤੇ ਉਹ ਫਿਰ ਉਹਦੀਆਂ ਜਿਹੜੀਆਂ ਟੈਕਨੀਕਸ ਨੇ ਸਟੇਜ ਦੀਆਂ, ਉਹਨਾਂ ਦਾ ਬੜਾ ਧਿਆਨ ਰੱਖਦਾ। ਇਹ ਖਾਸ ਗੁਣ ਹੈ ਇਹਦੇ ਵਿੱਚ। ਅਸੀਂ ਬੇਨਤੀ ਕੀਤੀ ਸੀ ਉਚੇਚੇ ਤੌਰ 'ਤੇ, ਕੋਈ ਓਪਰੇ ਨਹੀਂ ਜਿਨ੍ਹਾਂ ਨੂੰ ਬੇਨਤੀ ਕੀਤੀ, ਕੇਵਲ ਧਾਲੀਵਾਲ ਹੋਰਾਂ ਨੂੰ ਮੈਂ ਬੇਨਤੀ ਕੀਤੀ ਸੀ ਵੀ ਕਿਉਂਕਿ ਇਹ ਤੁਹਾਡੀ ਜੂਨੀਅਰ ਹੈ ਬੀਬਾ ਹਰਵਿੰਦਰ ਬਬਲੀ, ਤੇ ਤੁਸੀਂ ਜ਼ਰੂਰ ਆਇਓ। ਤੇ ਮੇਰੀ ਉਹ ਬੇਨਤੀ ਮੰਨ ਵੀ ਲੈਂਦੇ ਹੁੰਦੇ ਨੇ, ਕਿਉਂਕਿ 2-4 ਵਾਰੀ ਮੈਂ ਉਹਨਾਂ ਨੂੰ ਨਡਾਲੇ ਵੀ ਨਾਟਕ ਅਸੀਂ ਉਹਨਾਂ ਦੇ ਕਰਾਏ ਨੇ, ਬਹੁਤ ਪਹਿਲਾਂ ਵੀ 10-15 ਸਾਲ ਜਦੋਂ ਬਹੁਤ ਧਾਲੀਵਾਲ ਸਾਹਿਬ ਨੂੰ ਲੋਕ ਬਹੁਤਾ ਨਹੀਂ ਸੀ ਜਾਣਦੇ, ਉਦੋਂ ਵੀ ਉਹਨਾਂ ਦੇ ਨਾਟਕ ਅਸੀਂ ਕਰਾਏ ਸੀ ਨਡਾਲੇ ਵਿਖੇ। ਉਹਨਾਂ ਨੇ ਆਉਣਾ ਜ਼ਰੂਰ ਸੀ, ਪਰ ਅੱਜ ਇੱਕ ਥੋੜ੍ਹਾ ਜਿਹਾ ਕਲੈਸ਼ ਹੋ ਗਿਆ
ਜਿਹੜਾ ਦੇਸ਼ ਭਗਤ ਯਾਦਗਾਰ ਹੈ ਮੇਲਾ ਗਦਰੀ ਬਾਬਿਆਂ ਦਾ, ਸੋ ਇਸ ਕਰਕੇ ਉਹ ਨਹੀਂ ਪਹੁੰਚ ਸਕੇ। ਮੇਰੀ ਸਾਰੀ ਟੀਮ ਅਜੇ ਤੱਕ ਇਕੱਠੀ ਨਹੀਂ ਹੋਈ ਅਤੇ ਮੈਂ ਉੱਧਰੋਂ ਲੇਟ ਹੋ ਜਾਵਾਂਗਾ ਅਤੇ ਵਿੱਚੋਂ ਛੱਡ ਕੇ ਜਾਣਾ ਮੈਨੂੰ ਚੰਗਾ ਨਹੀਂ ਲੱਗੇਗਾ। ਸੋ ਅਸੀਂ ਬੇਨਤੀ ਕੀਤੀ ਸੀ ਇੰਦਰਜੀਤ ਰੂਪੇਵਾਲ, ਜਿਹੜੇ ਕਿ ਮੇਰੇ ਲਈ ਤਾਂ ਖੈਰ ਨਵੇਂ ਨੇ, ਜਨਰਲ ਸਕੱਤਰ ਨੇ ਇਪਟਾ ਦੇ, ਜਿਹੜੀ ਕਿ ਸੰਸਥਾ ਹੈ ਇੰਡੀਆ ਲੈਵਲ 'ਤੇ ਨੈਸ਼ਨਲ ਲੈਵਲ 'ਤੇ ਡਰਾਮਾ ਅਤੇ ਥੀਏਟਰ ਦੀ। ਔਰ ਮੈਨੂੰ ਖੁਸ਼ੀ ਵੀ ਹੈ, ਬਹੁਤ ਬੇਹੱਦ ਖੁਸ਼ੀ ਹੈ ਕਿ ਇਹਨਾਂ ਦੀ ਬੇਟੀ ਜਿਹੜੀ ਹੈ ਉਹ ਬਹੁਤ ਅੱਛੀ ਫਿਲਮੀ ਅਦਾਕਾਰ ਦੇ ਤੌਰ 'ਤੇ ਆਪਣਾ ਸਥਾਨ ਬਣਾ ਰਹੀ ਹੈ। ਔਰ ਅਸੀਂ ਉਹਦਾ ਰੂਬਰੂ ਕਰਾਵਾਂਗੇ। ਇਸ ਵੇਲੇ ਉਹ ਅਸਲ 'ਚ ਬੰਬੇ ਵਿੱਚ ਬਿਜ਼ੀ ਸੀ, ਨਹੀਂ ਤਾਂ ਮੈਂ ਬੇਨਤੀ ਕੀਤੀ ਸੀ ਵੀ ਉਹ ਬੀਬਾ ਨੂੰ ਵੀ ਜ਼ਰੂਰ ਤੁਸੀਂ ਨਾਲ ਲੈ ਕੇ ਆਇਓ। ਜਦੋਂ ਉਹ ਆਉਣਗੇ ਅਸੀਂ ਉਹਨਾਂ ਦਾ ਸਿਰਜਣਾ ਕੇਂਦਰ ਵਿੱਚ ਰੂਬਰੂ ਕਰਾਵਾਂਗੇ। ਉਹ ਪਹੁੰਚੇ ਨੇ ਮੈਡਮ, ਸਵੇ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਇਹੋ ਜਿਹੀ ਬੱਚੀ ਦੀ ਪਰਵਰਿਸ਼ ਕਰਨ ਦੇ, ਜਿਹੜਾ ਸਾਡਾ ਨਾਂ ਉੱਚਾ ਕਰ ਰਹੀ ਹੈ। ਸੋ ਉਹਨਾਂ ਦੇ ਨਾਲ ਬੈਠੇ ਨੇ ਭਗਤ ਜੀ, ਅਸੀਂ ਉਹਨਾਂ ਨੂੰ ਪਿਆਰ ਨਾਲ ਭਗਤ ਜੀ ਵੀ ਕਹਿੰਦੇ ਹਾਂ। ਪਿਛਲੇ ਸਾਲ ਕੈਨੇਡਾ ਵੀ ਅਸੀਂ ਇਕੱਠੇ ਹੋਏ ਸਨ, ਸਾਰਾ ਪਰਿਵਾਰ ਇਹਨਾਂ ਦਾ, ਉੱਥੇ ਕੈਨੇਡਾ ਵਰਲਡ ਪੰਜਾਬੀ ਕਾਨਫਰੰਸ ਵਿੱਚ ਬਰੈਂਪਟਨ 'ਚ ਅਸੀਂ ਜੂਨ ਵਿੱਚ ਇਕੱਠੇ ਸਾਂ। ਬੜੀ ਪਿਆਰੀ ਸ਼ਖਸੀਅਤ ਨੇ ਔਰ ਮਹਿਕ ਪੰਜਾਬ ਦੀ ਬੜੀ ਮਿਹਨਤ ਵਾਲਾ ਕੰਮ ਕਰ ਰਹੇ ਨੇ। ਇਹਨਾਂ ਦੇ ਨਾਲ ਸਾਡੇ ਪਿਛਲੇ ਪ੍ਰਧਾਨ ਬੈਠੇ ਨੇ, ਅੱਗੇ ਹਰਪਾਲ ਬਾਵਾ ਜੀ ਬੈਠੇ ਨੇ। ਬਾਵਾ ਜੀ ਨੂੰ ਪਤਾ ਹੈ ਕਿ ਜਿਹੜੇ ਰੋਟਰੀ ਕਲੱਬ ਅਤੇ ਲਾਇਨ ਕਲੱਬ ਨੇ, ਨਹੀਂ ਇਹ ਗੱਲ ਮੈਂ ਕਿਸੇ ਹੋਰ ਸੰਦਰਭ 'ਚ ਕਹਿਣ ਲੱਗਾ, ਜਿਹੜਾ ਪਿਛਲਾ ਹੁੰਦਾ ਨਾ ਪ੍ਰੈਜ਼ੀਡੈਂਟ, ਉਹ ਆਪਣੇ ਨਾਲ ਲਿਖਦਾ IPP, ਇਮੀਡੀਏਟਲੀ ਪਾਸਟ ਪ੍ਰੈਜ਼ੀਡੈਂਟ, ਅਤੇ ਮੈਂ ਕਹਿੰਦਾ ਹੁੰਦਾ ਸੀ ਇਮੀਡੀਏਟਲੀ ਪੁਆੜਾ ਪਾਊ। ਪਰ ਅਸੀਂ ਉਸ ਗੱਲ ਨੂੰ ਸਾਰਥਕ ਤੌਰ 'ਤੇ ਨਿਭਾਉਣਾ ਮੇਰੇ ਮਨ ਵਿੱਚ ਹੈ ਕਿ ਜਿਹੜੀ ਟੀਮ ਪ੍ਰਧਾਨ ਦੇ ਤੌਰ 'ਤੇ ਤੁਰ ਜਾਂਦੀ ਹੈ ਉਹ ਸਾਡੇ ਲਈ ਬਹੁਤ ਮਹੱਤਵਪੂਰਨ ਆ। ਸੋ ਪਿਛਲੇ ਸਾਲ ਦੇ ਪ੍ਰਧਾਨ, ਪਿਛਲੇ ਸਾਲ ਦੇ ਜਨਰਲ ਸਕੱਤਰ ਅੱਜ ਦੀ ਟੀਮ ਦੇ ਜਿੰਨਾ ਹੀ ਸਤਿਕਾਰਯੋਗ ਨੇ। ਇਸ ਕਰਕੇ ਮੈਂ ਉਚੇਚਾ ਸਾਜਨ ਹੋਰਾਂ ਨੂੰ ਕਿਹਾ ਸੀ ਕਿ ਤੁਸੀਂ ਹਰ ਪ੍ਰੋਗਰਾਮ 'ਚ ਪ੍ਰਧਾਨ ਦੇ ਤੌਰ 'ਤੇ ਇੱਥੇ ਪਹੁੰਚਣਾ, ਮੈਂ ਸੇਵਾ ਦੇ ਤੌਰ 'ਤੇ ਅਤੇ ਤੁਸੀਂ ਪ੍ਰਧਾਨ ਦੇ ਤੌਰ 'ਤੇ। ਸੋ ਸਾਡੇ ਵਿੱਚ ਸ਼ਾਮਲ ਨੇ ਉਸਤਾਦ ਸ਼ਾਇਰ ਨੇ, ਬੜੀ ਖੁਸ਼ੀ ਦੀ ਗੱਲ ਹੈ। ਹਰਪ੍ਰੀਤ ਹੁੰਦਲ ਜੀ ਨੂੰ ਮੈਂ ਪਿੱਛੇ ਜੇ ਜਦੋਂ 1986 ਦੀਆਂ 3 ਕਿਤਾਬਾਂ ਬੈਠੇ ਨੇ ਸਰਦਾਰ ਹਰਦੇਵ ਸਿੰਘ ਜੀ, ਇਹ ਲੈ ਕੇ ਆਏ। ਬੜਾ ਬਹੁਮੁੱਲਾ ਖਜ਼ਾਨਾ ਸੀ ਸਿਰਜਣਾ ਕੇਂਦਰ ਦਾ, ਜਿਹਦੇ 'ਚ 3 ਕਿਤਾਬਾਂ ਇਕੱਠੀਆਂ ਇਹਨਾਂ ਨੇ ਸਾਂਭ ਕੇ ਰੱਖੀਆਂ, ਜਿਹੜੀਆਂ 1986 ਵਿੱਚ, ਫਿਰ ਸ਼ਾਇਦ 90 ਵਿੱਚ, 92 93 ਵਿੱਚ ਸਿਰਜਣਾ ਕੇਂਦਰ ਵੱਲੋਂ ਛਪੀਆਂ। ਔਰ ਉਹਦੇ ਵਿੱਚ ਮੈਂ ਦੇਖਿਆ ਕਿ ਜਿਹੜਾ ਸਭ ਤੋਂ ਪਹਿਲਾ ਅੰਕ ਸੀ ਉਹਦੇ ਵਿੱਚ ਹੁੰਦਲ ਸਾਹਿਬ ਦੀ ਖਾਸ ਤੌਰ 'ਤੇ ਫੋਟੋ ਲੱਗੀ ਸੀ। ਫਿਰ ਮੈਂ ਇਹਨਾਂ ਨੂੰ ਫੋਨ ਕੀਤਾ, ਮੈਂ ਕਿਹਾ ਵੀ ਜਿਸ ਸੰਸਥਾ ਦੇ ਮੁੱਢਲੇ ਮੈਂਬਰ ਹੁੰਦਲ ਸਾਹਿਬ ਰਹੇ ਹੋਣ ਅਤੇ ਤੁਸੀਂ ਕਿਉਂ ਨਹੀਂ ਸਾਡੇ ਮੈਂਬਰ ਬਣਦੇ? ਇਹਨਾਂ ਨੇ ਕਿਹਾ ਵੀ ਮੈਂ ਤਾਂ ਕਾਹਲਾ ਮੈਂਬਰ ਬਣਨ ਨੂੰ, ਮੈਨੂੰ ਬਹੁਤ ਪਤਾ ਨਹੀਂ ਸੀ ਬਹੁਤਾ। ਹੁਣ ਜਦੋਂ ਸਿੰਡੀਕੇਟ ਦੇ ਮੈਂਬਰ ਬਣੇ ਨੇ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ, ਉਸ ਦਿਨ ਮੁਬਾਰਕਾਂ ਦਿੱਤੀਆਂ ਅਤੇ ਕਹਿੰਦੇ ਵੀ ਮੈਂ ਤਾਂ ਜੇ ਮੈਂਬਰਸ਼ਿਪ ਵੀ ਦੇਣੀ ਹੈ। ਮੈਂ ਕਿਹਾ ਆ ਜਾਓ, ਮੈਂਬਰਸ਼ਿਪ ਲੈਣ ਨੂੰ ਤਾਂ ਮੈਂ ਬਹੁਤ ਹੀ ਕਾਹਲਾ ਰਹਿਣਾ। ਸੋ ਕਹਿੰਦੇ ਵੀ ਮੈਂ ਆਪ ਆਵਾਂਗਾ। ਮੈਂ ਕਿਹਾ ਨਹੀਂ, ਸਗੋਂ ਬੜਾ ਖੁਸ਼ੀ ਦਾ ਮੌਕਾ, ਨਾਲੇ ਮੁਬਾਰਕ ਮੌਕਾ, ਨਾਲੇ ਅਸੀਂ ਫੰਕਸ਼ਨ ਕਰ ਰਹੇ ਹਾਂ, ਸਾਡੇ ਨਾਲ ਪ੍ਰਧਾਨਗੀ ਮੰਡਲ 'ਚ ਸ਼ਾਮਲ ਹੋਵੋ। ਹਰਪਾਲ ਬਾਵਾ ਜੀ ਬੜੀ ਬਹੁਤ ਕਮਾਲ ਦੀ ਸ਼ਖਸੀਅਤ ਨੇ ਇਸ ਸ਼ਹਿਰ ਦੀ, ਜਿਹੜੇ ਕਿ ਗੁਰੂ ਗ੍ਰੰਥ ਸਾਹਿਬ ਕਲੱਬ ਵੀ ਇੱਕ ਸਮੇਂ 'ਤੇ ਮੈਨੂੰ ਯਾਦ ਹੈ ਕਿ ਜਿਹੜੇ ਇੱਥੇ SSP ਹੁੰਦੇ ਸਨ ਸਰਦਾਰ ਇਕਬਾਲ ਸਿੰਘ, ਅਜੇ ਵੀ ਉਹ ਸਾਡੇ ਦੋਵਾਂ ਦੇ ਨਾਲ ਜੁੜੇ ਨੇ। ਉਹਨਾਂ ਨਾਲ ਅਕਸਰ ਕਦੀ ਨਾ ਕਦੀ ਗੱਲਬਾਤ ਹੋ ਜਾਂਦੀ। ਔਰ ਰਿਟਾਇਰਮੈਂਟ ਤੋਂ ਬਾਅਦ ਉਹਨਾਂ ਦੀ ਬੜੀ ਖਾਸ਼ ਸੀ, ਮੈਨੂੰ ਬੜੇ ਫੋਨ ਆਏ ਵੀ ਇੱਥੇ ਇੱਕ ਇਸ ਕਿਸਮ ਦਾ ਇੰਟਲੈਕਚੁਅਲ ਕਲੱਬ ਜਿਹੜਾ ਹੈ ਉਹ ਸ਼ੁਰੂ ਕੀਤਾ ਜਾਵੇ, ਕਿਉਂਕਿ ਮੈਂ ਇੱਥੇ ਰਿਹਾ ਅਤੇ ਮੈਨੂੰ ਪਤਾ ਵੀ ਕੁਝ ਲੋਕ ਹੈਗੇ ਨੇ। ਸੋ ਜਿੱਥੇ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੁੜੇ ਨੇ, ਸੁਖਮਨੀ ਸਾਹਿਬ ਸੇਵਾ ਸੁਸਾਇਟੀਆਂ ਨਾਲ ਜੁੜੇ ਨੇ, ਇੰਟਰਨੈਸ਼ਨਲ ਕਲੱਬਾਂ ਨਾਲ ਜੁੜੇ ਨੇ, ਉੱਥੇ ਸਾਡੇ ਪਹਿਲਾਂ ਮੈਂਬਰ ਵੀ ਰਹੇ ਨੇ। ਸੋ ਵਿੱਚੋਂ ਕੁਝ ਸਮਾਂ ਜ਼ਿਆਦਾ ਬਿਜ਼ੀ ਹੋ ਗਏ ਕਲੱਬਾਂ ਵਿੱਚ, ਸੋ ਉਹਨਾਂ ਨੂੰ ਅਸੀਂ ਦੁਬਾਰਾ ਇਹਦੇ ਵਿੱਚ ਸ਼ਾਮਲ ਕੀਤਾ। ਪ੍ਰਧਾਨਗੀ ਮੰਡਲ 'ਚ ਜਦੋਂ ਵੀ ਮੈਂ ਸ਼ਾਮਲ ਕਰਨਾ, ਮੈਂ ਪੈਸਿਆਂ ਤੋਂ ਬਿਨਾਂ ਨਹੀਂ ਸ਼ਾਮਲ ਕਰਦਾ। ਸੋ ਉਹਨਾਂ ਨੇ ਪਹਿਲਾਂ ਹੀ ਮੇਰੀ ਜੇਬ 'ਚ ਲਿਆ ਕੇ ਥੋੜ੍ਹੇ ਜਿਹੇ ਪੈਸੇ ਪਾ ਦਿੱਤੇ ਨੇ, ਅਤੇ ਉਹਦੇ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ। ਸੋ ਇਹ ਬੜਾ ਪਰਿਵਾਰ ਹੈ, ਪਰਿਵਾਰ ਦੇ ਵਿੱਚ ਲੋੜਾਂ ਵੀ ਨੇ, ਅਤੇ ਲੋੜਾਂ ਬਾਪੂ ਕੋਲੋਂ ਦਾਅਵੇ ਨਾਲ ਵੀ ਲਈਆਂ ਜਾਂਦੀਆਂ ਨੇ, ਪੂਰੀਆਂ ਕੀਤੀਆਂ ਜਾਂਦੀਆਂ ਨੇ, ਅਤੇ ਬਾਪੂ ਵੀ ਪੁੱਤਰਾਂ ਦੇ ਸਿਰ 'ਤੇ ਹੱਥ ਰੱਖ ਕੇ ਜੇਬ 'ਚ ਹੱਥ ਮਾਰ ਲੈਂਦਾ ਹੁੰਦਾ। ਸੋ ਬਹੁਤ ਬਹੁਤ ਧੰਨਵਾਦ। ਔਰ ਖ਼ਾਸ ਤੌਰ 'ਤੇ ਜਿਹੜੇ ਸਾਹਮਣੇ ਬੈਠੇ ਨੇ ਸ਼ਰਮਾ ਸਾਹਿਬ, ਮੈਂ ਤੁਹਾਡੀ ਕਿਹੜੇ ਲਫ਼ਜ਼ਾਂ ਨਾਲ ਸਿਫਤ ਕਰਾਂ। ਅਨੁਰਾਗ ਜੀ, ਡਾਕਟਰ ਸਾਹਿਬ, ਇਹਨਾਂ ਨੂੰ ਅਸੀਂ ਇੱਕ ਦਿਨ ਪਹਿਲਾਂ ਹੀ ਕਿਤਾਬ ਦਿੱਤੀ ਔਰ ਇਹਨਾਂ ਨੇ ਬੜੀ ਮਿਹਨਤ ਕਰਕੇ ਉਹਦੇ 'ਤੇ 8-10 ਮਿੰਟ ਦਾ ਇੱਕ ਕਿਸਮ ਦਾ ਪੇਪਰ ਲਿਖਿਆ ਔਰ ਬੜਾ ਵਧੀਆ ਮੈਨੂੰ ਜੋ ਇਹਨਾਂ ਨੇ ਗੱਲਾਂ ਦੱਸੀਆਂ ਉਹ ਲੱਭੀਆਂ।
ਸੋ ਬਹੁਤ ਧੰਨਵਾਦ। ਨਵੇਂ ਮੈਂਬਰ ਆਏ ਨੇ, ਮੈਂ ਦਰਸ਼ਨ ਕਰ ਰਿਹਾ। ਡਾਕਟਰ ਸੁਰਿੰਦਰ ਹੋਰਾਂ ਨਾਲ ਹੁਣੇ ਹੀ ਵਾਕਫੀਅਤ ਹੋਈ ਸ਼ਾਹਬਾਦ ਰਾਹੀਂ, ਉਹਨਾਂ ਦਾ ਬਹੁਤ ਧੰਨਵਾਦ। ਉਹ ਸਾਡੇ ਬਹੁਤ ਸਰਗਰਮ ਨੇ ਔਰ ਬਹੁਤ ਇੱਕ ਫਲਾਈਟ ਹੈ ਉਹਨਾਂ ਦੀ, ਜਿਸ ਫਲਾਈਟ 'ਤੇ ਉਹ ਚੱਲਦੇ ਨੇ ਉਹਨੂੰ ਸਮਝਣਾ ਵੀ ਕਈ ਵਾਰੀ ਔਖਾ ਹੋ ਜਾਂਦਾ। ਉਹ ਫਿਲੋਸਫੀਕਲ ਜਿਹੜੀਆਂ ਗੱਲਾਂ ਨੇ ਉਹਨਾਂ ਨੂੰ ਬੜੇ ਟਾਈਮ ਨਾਲ ਆਏ ਨੇ। ਧੰਨਵਾਦ। ਕੇਵਲ ਰੰਧਾਵਾ ਜੀ ਆਏ ਨੇ। ਮਲਕੀਤ ਮੀਤ ਬਹੁਤ ਸੋਹਣਾ ਗਜ਼ਲ ਲਿਖ ਰਿਹਾ ਔਰ ਸਾਨੂੰ ਉਹਦੇ ਉੱਤੇ ਬੜਾ ਮਾਣ ਹੈ ਕਿ ਆਉਣ ਵਾਲੇ ਸਮੇਂ ਵਿੱਚ ਹੋਰ ਆਸਟ੍ਰੇਲੀਆ ਤੋਂ ਉਚੇਚੇ ਤੌਰ 'ਤੇ ਸਰਦਾਰ ਪ੍ਰਗਟ ਸਿੰਘ ਜੀ ਰੰਧਾਵਾ ਔਰ ਇੱਕ ਦਿਨ ਤਕਰੀਬਨ ਅੱਧਾ ਪੌਣਾ ਘੰਟਾ ਇਹਨਾਂ ਨੇ ਫ਼ੋਨ ਕਰਕੇ ਮੈਨੂੰ ਦੱਸਿਆ ਵੀ ਤੁਹਾਨੂੰ ਕਿਸ ਤਰ੍ਹਾਂ ਕੰਮ ਕਰਨ ਦੀ ਲੋੜ ਹੈ ਸਿਰਜਣਾ ਕੇਂਦਰ ਦੇ ਵਿੱਚ, ਕਿੱਥੇ ਕਿੱਥੇ ਕੀ ਕਮੀਆਂ ਪੇਸ਼ੀਆਂ ਦੂਰ ਕਰਨ ਦੀ ਲੋੜ ਹੈ। ਇਸ ਤਰ੍ਹਾਂ ਦੇ ਸੁਝਾਵਾਂ ਦੀ ਬਹੁਤ ਜ਼ਿਆਦਾ ਸਾਨੂੰ ਲੋੜ ਹੈ। ਕੰਵਰ ਇਮਤਿਆਜ਼ ਜੀ ਸਤਿਕਾਰਯੋਗ ਸਾਡੇ, ਉਹਨਾਂ ਦੇ ਅੱਗੋਂ ਬੇਟਾ ਜੀ ਫਰਜ਼ੰਦ ਸ਼ਾਹਬਾਜ਼, ਅਤੇ ਹੋਰ ਇੱਕ ਵਾਧਾ ਹੋ ਗਿਆ ਮੁਨੱਜ਼ਾ ਇਰਸ਼ਾਦ ਦੇ ਆਉਣ ਨਾਲ। ਔਰ ਇੱਕ ਇਹ ਹੈ ਵੀ ਕੈਲੀਗ੍ਰਾਫਿਕ ਬੜੇ ਤਗੜੇ ਨੇ। ਹੁਣ ਸਰਟੀਫਿਕੇਟ ਜਿਹੜੇ ਨੇ ਉਹ ਅਸੀਂ ਇਹਨਾਂ ਦੇ ਹੱਥੋਂ ਬਣਵਾਏ ਨੇ। ਮੈਡਮ ਜਸਬੀਰ ਸੁਲਤਾਨਪੁਰ ਲੋਧੀ ਤੋਂ, ਇਹ ਪੰਜਾਬੀ ਵਿਭਾਗ ਦੇ ਉੱਥੇ ਮੁਖੀ ਨੇ, ਸੰਗਾਊ ਨੇ ਥੋੜ੍ਹੇ ਜਿਹੇ, ਅਤੇ ਮੈਂ ਕਿਹਾ ਵੀ ਨਹੀਂ ਆਇਆ ਕਰੋ ਜ਼ਰੂਰ ਤੁਸੀਂ। ਸੋ ਉਹਨਾਂ ਨੇ ਬੇਨਤੀ ਸਵੀਕਾਰ ਕੀਤੀ, ਸਾਡੇ ਮੈਂਬਰ ਵੀ ਬਣੇ ਨੇ। ਔਰ ਮੈਂਬਰਾਂ ਦਾ ਵੀ ਅੱਜ ਕੱਲ੍ਹ ਬਹੁਤ ਵਧੀਆ ਹੈਗਾ ਕਿ ਬੜੇ ਉਤਸ਼ਾਹ ਨਾਲ ਮੈਂਬਰ ਜਿਹੜੇ ਨੇ ਉਹ ਬਣ ਰਹੇ ਨੇ। ਉਸ ਉਤਸ਼ਾਹ ਤੋਂ ਸਾਨੂੰ ਉਮੀਦ ਹੈ ਕਿ ਆਉਣ ਵਾਲੇ ਸਮੇਂ ਵਿੱਚ ਕੁਝ ਬੇਨਤੀਆਂ ਅਸੀਂ ਕਰਦੇ ਰਹਿਣਾ। ਉਹਦੇ ਵਿੱਚ ਇੱਕ ਸਭ ਤੋਂ ਵੱਡੀ ਬੇਨਤੀ ਜਿਹੜੀ ਅੱਜ ਵੀ ਮੈਂ ਸਵੇਰੇ ਕੀਤੀ ਸੀ, ਬੋਲ ਤੇ ਮੈਂ ਵੀ ਜ਼ਿਆਦਾ ਗਿਆ, ਸਟੇਜ ਸੈਕਟਰੀ ਤੇ ਹਮੇਸ਼ਾ ਹੀ ਰਹਿੰਦਾ, ਪ੍ਰਧਾਨਾਂ ਤੇ ਹਮੇਸ਼ਾ ਹੀ ਰਹਿੰਦਾ ਵੀ ਤੁਸੀਂ ਆਪ ਬੜਾ ਬੋਲਦੇ ਹੋ, ਸਾਨੂੰ ਟਾਈਮ ਨਹੀਂ ਦਿੰਦੇ। ਸੋ ਇੱਕ ਇਹ ਹੈ ਵੀ ਟੋਟਲ ਇਨਵੋਲਵਮੈਂਟ ਹੋਣੀ ਚਾਹੀਦੀ ਹੈ, ਦੁੱਖ ਸੁੱਖ ਦੀ ਇਨਵੋਲਵਮੈਂਟ ਹੋਣੀ ਚਾਹੀਦੀ ਹੈ ਜੇ ਅਸੀਂ ਸਿਰਜਣਾ ਕੇਂਦਰ ਪਰਿਵਾਰ ਦੇ ਮੈਂਬਰ ਹਾਂ। ਅਤੇ ਇੱਕ ਇਹ ਹੈ ਵੀ ਸਿਰਫ ਕਹੀਏ ਹੀ ਨਾ, ਸੁਣੀਏ ਵੀ। ਜਿਹੜੇ ਨਵੇਂ ਬੱਚੇ ਵਿੱਚ ਸ਼ਾਮਲ ਹੋ ਰਹੇ ਨੇ ਉਹਨਾਂ ਨੂੰ ਉਸਤਾਦ ਜਨ ਹੋਰ ਧਿਆਨ ਨਾਲ ਸੁਣਨ, ਅਤੇ ਤਾਂ ਕਿ ਉਹਨਾਂ ਦੇ ਕੁਝ ਗੱਲਾਂ ਸਟੇਜ 'ਤੇ ਕਹਿਣ ਵਾਲੀਆਂ ਹੁੰਦੀਆਂ, ਕੁਝ ਗੱਲਾਂ ਉਹਨਾਂ ਦੇ ਕੰਨ ਵਿੱਚ ਕਹਿਣ ਵਾਲੀਆਂ ਹੁੰਦੀਆਂ। ਅਤੇ ਬੇਟਾ ਜੀ ਇੱਥੋਂ ਇੱਦਾਂ